Good morning students. Today our topic is Introduction to Biochemistry. In this we will discuss about the basic aspects of biochemistry. First of all, who coined the term biochemistry? It was introduced by Carl Newmark in 1903. Who introduced the term biochemistry? Carl Newmark. Next is if we will discuss about broad aspects of biochemistry, it is most comprehensive branches of all chemistries. Means एक chemistry ਦੀ ਸਭ ਤੋਂ comprehensive branch ਹੈ। ਇਹਦੇ ਵਿੱਚ ਕੀ include ਹੁੰਦਾ inorganic, analytical, organic ਤੇ physical chemistry ਹੁੰਦੀ ਆ ਉਸ extent ਤੱਕ ਜਿਹੜੀ ਕੀ ਆ related ਹੁੰਦੀ ਆ chemical things ਦੇ ਨਾਲ। Means ਕੀ ਆ ਇਹਦੇ ਵਿੱਚ ਜਿਹੜੀ ਉਨੀ ਕੀ ਚੀਜ਼ਾਂ ਇੰਕਲੂਡ ਹੁੰਦੀਆਂ ਨੇ ਕੈਮਿਸਟਰੀ ਦੀਆਂ ਸਾਰੀਆਂ ਬ੍ਰਾਂਚਿਸ, ਜਿਵੇਂ ਕੋਈ ਵੀ ਇਨਆਰਗੈਨਿਕ ਆ, ਕੋਈ ਐਨਾਲਿਟੀਕਲ ਆ, ਰਾਈਟ, ਆਰਗੈਨਿਕ ਆ ਜਾਂ ਫਿਜ਼ੀਕਲ ਕੈਮਿਸਟਰੀ ਆ, ਉਸ ਐਕਸਟੈਂਟ ਤੱਕ ਹੁੰਦੀ ਆ ਕਿ ਜਿਹੜੀ ਲਿਵਿੰਗ ਥਿੰਗਸ ਦੀ ਕੈਮਿਸਟਰੀ ਦੇ ਨਾਲ ਰਿਲੇਟ ਕਰੇ। ਇਹਦਾ ਜਿਹੜਾ ਸਭ ਤੋਂ ਸੈਂਟਰਲ ਥੀਮ ਆ ਮਾਡਰਨ ਬਾਇਓਕੈਮਿਸਟਰੀ ਦਾ ਸੈਂਟਰਲ ਥੀਮ ਮੀਨਸ ਕਿ ਜਿਹੜੀ ਬਾਇਓਕੈਮਿਸਟਰੀ ਦਾ ਜਿਹੜਾ ਮੇਨ ਬੇਸਿਕ ਆਈਡੀਆ ਉਹ ਕੀ ਆ, ਇੱਕ ਹੈ ਨੇਚਰ ਪ੍ਰੋਪਰਟੀਜ਼ ਦੇ ਜਿਹੜੇ ਮੈਟਾਬੋਲਿਕ ਟ੍ਰਾਂਸਫਰ ਫਾਰਮੇਸ਼ਨਸ ਹੁੰਦੀਆਂ ਨੇ ਕੈਮੀਕਲ ਕਨਸਟੀਟਿਊਐਂਟਸ ਲਿਵਿੰਗ ਸਿਸਟਮ ਦੇ ਉੱਤੇ with its morphological structure ਤੇ biological functions ਦੇ ਨਾਲ। ਮੀਨਸ ਕੀ ਆ ਮਾਡਰਨ ਬਾਇਓਕੈਮਿਸਟਰੀ ਕੀ ਆ ਕੋਰਿਲੇਟ ਕਰਦੀ ਆ ਨੇਚਰ ਪ੍ਰੋਪਰਟੀਜ਼ ਤੇ ਮੈਟਾਬੋਲਿਕ ਟ੍ਰਾਂਸਫਰਮੇਸ਼ਨ ਕੈਮੀਕਲ ਕਨਸਟੀਟਿਊਐਂਟਸ ਦੀਆਂ ਕਿਹਦੇ ਨਾਲ ਮੋਰਫੋਲੋਜੀਕਲ ਸਟਰਕਚਰ ਤੇ ਬਾਇਓਲੋਜੀਕਲ ਫੰਕਸ਼ਨਸ ਦੇ ਨਾਲ। ਮੀਨਸ ਹੁਣ ਤੱਕ ਆਪਾਂ ਕੀ ਕੀਤਾ, ਫਸਟ ਆਫ ਆਲ ਆਪਾਂ ਕੀ ਕੀਤਾ ਕਿ ਇਹਨੂੰ ਕਾਰਲ ਨਿਊਬਰਗ ਆ ਜਿਹੜਾ ਉਹਨੇ ਕੀ ਆ 1903 ਦੇ ਵਿੱਚ ਇਹਨੂੰ ਇੰਟਰੋਡਿਊਸ ਕੀਤਾ ਰਾਈਟ। ਨੈਕਸਟ ਕੀ ਆ ਮੋਸਟ ਕੰਪਰੀਹੈਂਸਿਵ ਬ੍ਰਾਂਚ ਆ ਬਾਇਓਕੈਮਿਸਟਰੀ ਦੀ ਇਹ। ਨੈਕਸਟ ਕੀ ਆ ਇਹ ਕੋਰਿਲੇਟ ਕਰਦੀ ਆ नेचर प्रॉपर्टीज ते मेटाबॉलिक ट्रांसफॉर्मेशन कैमिकल कॉन्स्टिट्यूएंसी नूं किस चीज़ नाल ਉਹਦੇ ਬਾਇਓਲੋਜੀਕਲ ਤੇ ਮੋਰਫੋਲੋਜੀਕਲ ਸਟਰਕਚਰ ਦੇ ਨਾਲ, ਉਹਨੂੰ ਬਾਇਓਲੋਜੀਕਲ ਫੰਕਸ਼ਨ ਤੇ ਮੋਰਫੋਲੋਜੀਕਲ ਸਟਰਕਚਰ ਦੇ ਨਾਲ। ਇਸ ਤੋਂ ਬਿਨਾਂ ਕੀ ਆ ਜਿਹੜੇ ਹਰੇਕ ਲਾਈਫ ਆ ਉਹਦਾ ਬੇਸਿਸ ਕੀ ਨੇ ਪ੍ਰੋਟੋਪਲਾਜ਼ਮ ਹੁੰਦੇ ਨੇ ਜਿਹੜੇ ਕੀ ਆ ਅਡੈਕੁਏਟਲੀ ਡਿਫਾਈਨਡ ਹੁੰਦੇ ਨੇ। ਇਹ ਕੀ ਆ ਇਟ ਡਿਫਰਸ ਫਰੋਮ ਲਾਈਫਲੈਸ ਮਟੀਰੀਅਲ ਇਨ ਪ੍ਰੋਸੈਸਿੰਗ ਦਾ ਕੈਪੇਬਿਲਿਟੀ ਆਫ ਗਰੋਥ, ਰਿਪੇਅਰ ਐਂਡ ਰੀਪਰੋਡਕਸ਼ਨ। ਇਹ ਕੀ ਆ ਲਾਈਫਲੈਸ ਮਟੀਰੀਅਲ ਦੇ ਨਾਲ ਡੀਲ ਕਰਦੀ ਆ, ਉਹਦੀ ਗਰੋਥ ਕਿਵੇਂ, ਰਿਪੇਅਰ ਤੇ ਰੀਪਰੋਡਕਸ਼ਨ ਤੋਂ ਬਿਨਾਂ ਹੋਰ ਕਿਹੜੀਆਂ ਚੀਜ਼ਾਂ ਨੇ, ਰਾਈਟ। ਇਟ ਇਜ਼ ਦ ਮੋਸਟ ਕੰਪਲੀਕੇਟਡ ਫਿਜ਼ੀਕੈਮੀਕਲ ਸਿਸਟਮ। ਇਹ ਕੀ ਫਿਜ਼ੀਕਲ ਸਿਸਟਮ ਵੀ ਹੈ ਕਿਉਂਕਿ ਬਾਇਓਲੋਜੀਕਲ ਫੰਕਸ਼ਨ ਤੇ ਮੋਰਫੋਲੋਜੀਕਲ ਸਟਰਕਚਰ ਵੀ ਆਉਂਦੀ ਹੈ ਨਾ। ਦੇ ਉਹਦੇ ਨਾਲ ਕੀ ਹੁੰਦਾ ਗਾ ਫਿਜ਼ੀਕੈਮੀਕਲ ਸਿਸਟਮ ਫਿਜ਼ੀਕਲ ਦਾ, ਅਤੇ ਉੱਪਰੋਂ ਜਿਹੜੀਆਂ ਸਟਰਕਚਰਸ ਨੇ ਹੈ ਨਾ, ਅਤੇ ਉਹਦੇ ਜਿਹੜੇ ਪ੍ਰੋਪਰਟੀਜ਼ ਨੇ ਅਤੇ ਜਿਹੜੀਆਂ ਮੈਟਾਬੋਲਿਕ ਟ੍ਰਾਂਸਫਰਮੇਸ਼ਨਸ ਨੇ ਉਹਨਾਂ ਨੂੰ ਵੀ ਇਨਕਲੂਡ ਕਰਦੀ ਆ। ਜਿਹੜਾ ਬਾਇਓਕੈਮਿਸਟਰੀ ਇਜ਼ ਨਾਟ ਓਨਲੀ ਕੰਸਰਨਿੰਗ ਮੈਨ, ਇਹ ਕੀ ਇਕੱਲੇ ਹਿਊਮਨਸ ਨਾਲ ਜਾਂ ਮੈਨ ਨਾਲ ਨਹੀਂ ਡੀਲ ਕਰਦੀ, ਉਹ ਤੋਂ ਬਿਨਾਂ ਜਿਹੜੇ ਐਨੀਮਲਸ ਵਗੈਰਾ ਨੇ ਉਹਨਾਂ ਨਾਲ ਵੀ ਡੀਲ ਕਰਦੀ ਹੈ, ਰਾਈਟ। ਜਿਹੜੀਆਂ ਵੇਰੀਅਸ ਪ੍ਰੋਸੈਸਿਸ ਨੇ ਹਿਊਮਨ ਬਾਇਓਕੈਮਿਸਟਰੀ ਦੀਆਂ, ਜਿਹੜੀਆਂ ਅਲੱਗ-ਅਲੱਗ ਪ੍ਰੋਸੈਸਿਸ ਨੇ ਉਹ ਕੀ ਆ ਸਟੱਡੀਜ਼ ਦੁਆਰਾ ਕੈਰੀਡ ਆਊਟ ਉਹ ਕਿੱਦਾਂ ਮਤਲਬ ਵੇਰੀਅਸ ਪ੍ਰੋਸੈਸ ਹੈਵ ਬੀਨ ਐਕਸਪਲੋਰ ਕੀਤੀਆਂ ਜਾਂਦੀਆਂ ਸਟੱਡੀ ਕਰਕੇ ਪਲਾਂਟਸ ਦੀ ਮਾਈਕਰੋ ਆਰਗੈਨਿਜ਼ਮ ਦੁਆਰਾ। ਵੇਰੀਅਸ ਪ੍ਰੋਸੈਸਿਸ ਹੈਜ਼ ਬੀਨ ਜਿਹੜੀਆਂ ਵੇਰੀਅਸ ਪ੍ਰੋਸੈਸਿਸ ਨੇ ਕਿੱਦਾਂ ਕੈਰੀਡ ਆਊਟ ਕੀਤੀਆਂ ਜਾਂਦੀਆਂ ਨੇ, ਕਿੱਦਾਂ ਐਕਸਪਲੋਰ ਕੀਤੀਆਂ ਜਾਂਦੀਆਂ ਨੇ, ਕੈਰੀਡ ਆਊਟ ਸਟੱਡੀਜ਼ ਔਨ ਪਲਾਂਟਸ ਤੇ ਐਨੀਮਲਸ। ਆਪਾਂ ਕੀ ਪਲਾਂਟਸ ਤੇ ਐਨੀਮਲਸ ਉੱਤੇ ਸਟੱਡੀ ਕਰਕੇ ਜਿਹੜੀਆਂ ਵੇਰੀਅਸ ਪ੍ਰੋਸੈਸਿਸ ਨੇ ਉਹਨਾਂ ਨੂੰ ਕੈਰੀ ਆਊਟ ਕਰ ਸਕਦੇ ਹਾਂ। ਨੈਕਸਟ ਕੀ ਆ ਜਿਹੜੀ ਬਾਇਓਕੈਮਿਸਟਰੀ ਆ ਹੈ ਨਾ, ਉਹ ਕੀ ਕਰਦੀ ਆ ਅੰਡਰਸਟੈਂਡ ਕਰਦੀ ਆ ਕੈਮੀਕਲ ਕੰਪੋਜੀਸ਼ਨ, ਮੈਟਾਬੋਲਿਜ਼ਮ, ਮੋਰਫੋਲੋਜੀਕਲ ਸਟਰਕਚਰ, ਬਾਇਓਲੋਜੀਕਲ ਫੰਕਸ਼ਨਸ ਤੇ ਚੇਂਜਸ ਜਿਹੜੇ ਅਕਰ ਕਰਦੇ ਲਿਵਿੰਗ ਮਟੀਰੀਅਲ ਦੇ ਨਾਲ। ਜਿਹੜੀਆਂ ਐਡਵਾਂਸਿਸ ਨੇ ਬਾਇਓਕੈਮਿਸਟਰੀਜ਼ ਦੀਆਂ ਉਹ ਕੀ ਆਂਸਰ ਕਰਦੀਆਂ ਨੇ ਕਾਫੀ ਸਾਰੇ ਕੁਐਸਚਨਸ ਨੂੰ, ਲਾਈਕ ਕਿ ਆਫ ਵਟ ਕੈਮੀਕਲ ਕੰਪਾਊਂਡਸ ਆਰ ਲਿਵਿੰਗ ਥਿੰਗਸ ਕੰਪੋਜ਼ਡ, ਕਿ ਕਿਹੜੇ ਕੈਮੀਕਲ ਕੰਪਾਊਂਡਸ ਜਿਹੜੀਆਂ ਲਿਵਿੰਗ ਥਿੰਗਸ ਨੇ ਉਹ ਬਣੀਆਂ ਹੋਈਆਂ ਨੇ, ਮੈਕਰੋਮੋਲੀਕਿਊਲਸ ਦੀਆਂ ਕਿਹੜੀਆਂ ਸਟਰਕਚਰਸ ਨੇ,
ਲਿਵਿੰਗ ਸਿਸਟਮ ਦੇ ਕੀ ਕਰੈਕਟਰਿਸਟਿਕਸ ਨੇ ਜਾਂ ਕਿ ਕਿਹੜੇ ਇੰਜ਼ਾਈਮਸ ਆ ਜਿਹੜੇ ਕੈਟਾਲਿਟਿਕ ਟਾਸਕ ਨੂੰ ਅਕੰਪਲਿਸ਼ ਕਰਦੇ ਨੇ, ਕਿਹੜੇ ਮਤਲਬ ਇੰਜ਼ਾਈਮਸ ਆ ਜਿਹੜੇ ਕੈਟਾਲਿਟਿਕ ਟਾਸਕ ਦੇ ਵਿੱਚ ਹੈਲਪਫੁਲ ਨੇ, ਕਿਹੜੇ ਸਬਸਟੈਂਸਿਸ ਚਾਹੀਦੇ ਨੇ ਨਿਊਟ੍ਰੀਸ਼ਨ ਰਿਕੁਆਇਰਮੈਂਟ ਨੂੰ ਕੰਪਲੀਟ ਕਰਨ ਲਈ ਬੰਦੇ ਨੂੰ, ਅਤੇ ਅਦਰ ਆਰਗੈਨਿਜ਼ਮ ਲਾਈਕ ਮਾਈਕਰੋ ਆਰਗੈਨਿਜ਼ਮਸ ਹੋ ਗਏ, ਪਲਾਂਟਸ ਹੋ ਗਏ, ਬੈਕਟੀਰੀਆ ਹੋ ਗਏ, ਉਹਨਾਂ ਦੀਆਂ ਪ੍ਰੋਸੈਸਿਸ ਨੂੰ ਕੈਰੀ ਆਊਟ ਕਰਨ ਲਈ ਕਿਹੜੇ ਆਰਗੈਨਿਜ਼ਮ ਚਾਹੀਦੇ ਨੇ। ਨੈਕਸਟ ਜਿਹੜਾ ਹਾਊ ਦਾ ਪੋਟੈਂਸ਼ੀਅਲ ਇਜ਼ ਐਨਰਜੀ ਇਜ਼ ਅਵੇਲੇਬਲ ਫॉर ਆਕਸੀਡੇਸ਼ਨ ਆਫ ਫੂਡ ਸਟਫ, ਕਿ ਕਿੱਦਾਂ ਜਿਹੜੀ ਪੋਟੈਂਸ਼ੀਅਲ ਐਨਰਜੀ ਫੂਡ ਸਟਫ ਦੇ ਲਈ ਆਕਸੀਡੇਸ਼ਨ ਲਈ ਚਾਹੀਦੀ ਆ। ਰਿਕੁਆਇਰਡ ਫॉर ਪ੍ਰੋਸੈਸ ਆਫ ਲਿਵਿੰਗ ਸੈਲਸ ਮੀਨਸ ਜਿਹੜੀ ਬਾਇਓਕੈਮਿਸਟਰੀ ਆ ਕਿਹੜੇ ਕੁਐਸਚਨ ਦੇ ਆਂਸਰ ਪ੍ਰੋਵਾਈਡ ਕਰਦੀ ਆ। First one, chemical composition, right? Chemical composition. Next one is structure of macromolecules. Macromolecules की structure है. Third one is biological function. Fourth one is catalytical task. कि किहड़ियां catalytic task ने। Fifth one is nutritional requirements. किहड़े क्वेश्चंस ਨੂੰ आंसर करते हैं कि chemical composition की है, macromolecules की structure की है, biological function की है, catalytical task की ने, ते nutritional requirement की है। Next is protoplasm. It is composed of water and inorganic salts or organic compounds. ਜਿਹੜਾ protoplasm ਕਿਸ ਚੀਜ਼ ਬਣਿਆ ਹੋਇਆ ਵਾਟਰ ਤੋਂ ਤੇ inorganic salts ਤੋਂ ਤੇ organic compounds ਤੋਂ। ਜਿਹੜਾ ਵਾਟਰ ਆ ਉਹ ਕੀ ਆ ਮੋਸਟ ਇੰਪੋਰਟੈਂਟ ਕੰਪਾਊਂਡ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ, ਐਂਡ ਇਜ਼ ਗ੍ਰੇਟਲੀ ਇਨਕਰੀਜ਼ਡ ਔਰ ਡਿਕਰੀਜ਼ਡ। ਜਿਹੜਾ ਕੀ ਆ ਵੈਨ ਇਟ ਇਜ਼ ਜਦੋਂ ਇਹ ਜ਼ਿਆਦਾ ਵੱਧ ਜਾਂ ਘੱਟ ਜਾਂਦਾ ਗਾ ਤੇ ਅਬਨੋਰਮਲ ਤਾਂ ਕੀ ਹੁੰਦਾ ਬੋਡੀ ਦੀ ਜਿਹੜੀ ਫੰਕਸ਼ਨਿੰਗ ਆ ਉਹ ਅਬਨੋਰਮਲ ਹੋ ਜਾਂਦੀ ਹੈ ਐਜ਼ ਵੀ ਆਲ ਨੋ ਹੈ ਨਾ। ਦਾ ਪ੍ਰੋਪਰ ਡਿਸਟਰੀਬਿਊਸ਼ਨ ਆਫ ਵਾਟਰ ਬਿਟਵੀਨ ਦਾ ਬਲੱਡ ਲਿੰਫ ਐਂਡ ਟਿਸ਼ੂ ਸੈਲ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਪ੍ਰੋਸੈਸ ਆਫ ਦਾ ਬੋਡੀ। ਕੀ ਕਹਿੰਦੇ ਆ ਕਿ ਜਿਹੜੀ ਪਾਣੀ ਦੀ ਜਿਹੜੀ ਪ੍ਰੋਪਰ ਡਿਸਟਰੀਬਿਊਸ਼ਨ ਹੋਣੀ ਚਾਹੀਦੀ ਹੈ ਕਿਹਦੇ ਵਿੱਚ ਬਲੱਡ ਦੇ ਵਿੱਚ, ਲਿੰਫ ਤੇ ਟਿਸ਼ੂਜ਼ ਦੇ ਵਿੱਚ, ਤਾਂ ਕੀ ਆ ਜਿਹੜੀ ਕਿ ਮੋਸਟ ਇੰਪੋਰਟੈਂਟ ਪ੍ਰੋਸੈਸ ਆ ਜੇ ਉਹ ਇੰਪਰੋਪਰ ਡਿਸਟਰੀਬਿਊਸ਼ਨ ਹੋ ਗਈ ਤਾਂ ਬੋਡੀ ਦੀ ਜਿਹੜੀ ਅਬਨੋਰਮਲ ਫੰਕਸ਼ਨਿੰਗ ਆ ਜਿਹੜੀ ਉਹ ਹੈਪਨ ਹੋ ਜੂਗੀ ਅਤੇ ਕਾਫੀ ਸਾਰੀਆਂ ਡਿਸੀਜ਼ ਆ ਜਿਹੜੀਆਂ ਉਹ ਵੀ ਹੈਪਨ ਹੋ ਜਾਣਗੀਆਂ। ਜਿਹੜਾ ਪਾਣੀ ਦਾ ਬੈਲੈਂਸ ਆ ਬਾਡੀ ਦੇ ਵਿੱਚ ਉਹ ਕਿਹਦੇ ਨਾਲ ਐਸੋਸੀਏਟ ਆ ਵਿਦ ਦ ਕੰਸਨਟ੍ਰੇਸ਼ਨਸ ਐਂਡ ਕਾਈਂਡਸ ਆਫ ਇਲੈਕਟ੍ਰੋਲਾਈਟ ਪ੍ਰੈਜੈਂਟ। ਕਿਹਦੇ ਨਾਲ ਐਸੋਸੀਏਟ ਆ ਕਿ ਕਿੰਨੀ ਕੰਸਨਟ੍ਰੇਸ਼ਨ ਦੇ ਵਿੱਚ ਅਤੇ ਕਿਹੜੀ ਟਾਈਪ ਦਾ ਇਲੈਕਟ੍ਰੋਲਾਈਟ ਪ੍ਰੈਜੈਂਟ ਆ ਅਤੇ ਜਿਹੜੀ ਉਹਦੀ ਪ੍ਰੋਪਰ ਡਿਸਟਰੀਬਿਊਸ਼ਨ ਹੋਣੀ ਚਾਹੀਦੀ ਆ ਤਾਂ ਕਿ ਆ ਜਿਹੜੀ ਬਾਡੀ ਦੀ ਪ੍ਰੋਪਰ ਕੰਪੋਜੀਸ਼ਨ ਅਤੇ ਫੰਕਸ਼ਨਿੰਗ ਚੱਲਦੀ ਰਹੇ, ਰਾਈਟ। Next is an understanding of morphological structure of biological material makes biochemistry related to classical fields of anatomy। ਜੇ ਆਪਾਂ ਮੋਰਫੋਲੋਜੀਕਲ ਸਟਰਕਚਰ ਬਾਇਓਲੋਜੀਕਲ ਮਟੀਰੀਅਲ ਦੀ ਅੰਡਰਸਟੈਂਡ ਕਰਦੇ ਹਾਂ ਤਾਂ ਕੀ ਹੋ ਜਾਊਗਾ ਕਲਾਸੀਕਲ ਫੀਲਡਸ ਆਫ ਐਨਾਟਮੀ ਕਿਹਦੇ ਨਾਲ ਰਿਲੇਟਡ ਹੁੰਦੀ ਹੈ ਅਨਾਟਮੀ ਦੇ ਨਾਲ, ਹਿਸਟੋਲੋਜੀ ਦੇ ਨਾਲ, ਪੈਥੋਲੋਜੀ ਦੇ ਨਾਲ, ਬੋਟਨੀ, ਜੂਲੌਜੀ, ਮਾਈਕਰੋਬਾਇਓਲੋਜੀ ਐਂਡ ਮਾਡਰਨ ਫੀਲਡ ਆਫ ਸਾਈਟੋਲੋਜੀ। ਫਸਟ ਆਫ ਆਲ ਅਨਾਟਮੀ ਕੀ ਹੁੰਦੀ ਹੈ ਜਿਹੜੀ ਆਪਣੀ ਬਾਡੀ ਦੀ ਸਟਰਕਚਰ ਆ ਉਹਦੇ ਵਿੱਚ ਕੀ ਇਨਕਲੂਡਡ ਆ, ਰਾਈਟ। ਹਿਸਟੋਲੋਜੀ ਸੈੱਲ ਦੀ ਜਿਹੜੀ ਆਪਾਂ ਜਦੋਂ ਸਟੱਡੀ ਕਰਦੇ ਹਾਂ ਸਟੱਡੀ ਆਫ ਸੈਲਸ, ਪੈਥੋਲੋਜੀ ਸਟੱਡੀ ਆਫ ਡਿਸੀਜ਼ਸ, ਬੋਟਨੀ ਜਿਹੜੀ ਸਟੱਡੀ ਆਫ ਪਲਾਂਟਸ, ਜੂਲੌਜੀ ਸਟੱਡੀ ਆਫ ਐਨੀਮਲਸ, ਮਾਈਕਰੋਬਾਇਓਲੋਜੀ ਸਟੱਡੀ ਆਫ ਮਾਈਕਰੋ ਆਰਗੈਨਿਜ਼ਮ, ਸਾਈਟੋਲੋਜੀ is a new branch of a scientific field। ਇਹਦੇ ਨਾਲ ਇਹਨਾਂ ਸਾਰੀਆਂ ਫੀਲਡਸ ਦੇ ਨਾਲ ਕੀ ਆ ਜਿਹੜੀ ਮੋਰਫੋਲੋਜੀਕਲ ਸਟਰਕਚਰ ਦੀ ਅੰਡਰਸਟੈਂਡਿੰਗ ਆ ਬਾਇਓਕੈਮਿਸਟਰੀ ਦੇ ਵਿੱਚ ਜ਼ਰੂਰੀ ਆ। ਜੇ ਆਪਾਂ ਬਾਇਓਕੈਮਿਸਟਰੀ ਦੇ ਨਾਲ ਡੀਲ ਕਰਨਾ ਦੈਟ ਮੀਨਸ ਆਪਾਂ ਨੂੰ ਮੋਰਫੋਲੋਜੀਕਲ ਸਟਰਕਚਰ ਦੇ ਨਾਲ ਕਿਸੇ ਵੀ ਚੀਜ਼ ਦੀ ਅਨਾਟਮੀ ਦੀ, ਹਿਸਟੋਲੋਜੀ ਦੀ, ਪੈਥੋਲੋਜੀ ਦੀ ਸਾਰੀਆਂ ਚੀਜ਼ਾਂ ਦੀ ਨੌਲੇਜ ਹੋਣੀ ਬਹੁਤ ਇੰਪੋਰਟੈਂਟ ਆ। ਨੀਡ ਇਨ ਬਾਇਓਕੈਮਿਸਟਰੀ ਫॉर understanding biological function makes it closely related to fields such as physiology, genetics, immunology and endocrinology। ਇਹਦੇ ਵਿੱਚ ਕੀ ਕਹਿੰਦੇ ਆ ਜਦੋਂ ਆਪਾਂ ਬਾਇਓਕੈਮਿਸਟਰੀ ਨੂੰ ਜਿਹੜੀ ਅੰਡਰਸਟੈਂਡ ਕਰਨਾ ਤਾਂ ਆਪਾਂ ਨੂੰ ਨਾਲ ਦੀ ਨਾਲ ਕਿਹਦੇ ਬਾਰੇ ਪਤਾ ਹੋਣਾ ਚਾਹੀਦਾ ਗਾ ਫਿਜ਼ੀਓਲੋਜੀ ਹੁੰਦੀ ਹੈ ਸਟੱਡੀ ਦੇ ਵਿੱਚ ਆਪਣੀ ਬਾਡੀ ਦੇ ਵਿੱਚ ਸਟੱਡੀ ਆਫ ਬਾਡੀਜ਼ ਵਰਕਿੰਗ, ਨਾਰਮਲ ਬਾਡੀ ਵਰਕਿੰਗ ਕਿ ਆਪਣੀ ਬਾਡੀ ਕਿੱਦਾਂ ਕੰਮ ਕਰਦੀ ਹੈ, ਕਿੱਦਾਂ ਸੈੱਲ ਕੰਮ ਕਰਦੇ ਆ, ਕਿੱਦਾਂ ਰੀਪਰੋਡਕਟਿਵ ਸਿਸਟਮ ਵਰਕ ਕਰਦਾ, ਡਾਈਜੈਸਟਿਵ ਸਿਸਟਮ ਵਰਕ ਕਰਦਾ, ਰਾਈਟ। ਜੈਨੇਟਿਕਸ ਕੀ ਹੁੰਦੀ ਹੈ ਸਟੱਡੀ ਆਫ DNA, RNA ਜਾਂ ਜਿਹੜਾ ਆਪਣਾ ਕੋਈ ਵੀ ਜੈਨੇਟਿਕ ਮਟੀਰੀਅਲ ਆ ਉਹਦੀ ਸਟੱਡੀ। ਇਮਿਊਨੋਲੋਜੀ ਕੀ ਹੁੰਦੀ ਹੈ ਸਟੱਡੀ ਆਫ ਇਮਿਊਨਿਟੀ ਦੇ ਵਿੱਚ ਐਂਟੀਬਾਡੀਜ਼ ਹੋ ਗਈਆਂ, ਰਾਈਟ। ਇਨਫਲਾਮੇਸ਼ਨ ਹੁੰਦੀ ਹੈ ਜਿਹੜੀ ਆਪਣੀ ਬਾਡੀ ਦੇ ਸੈੱਲ ਐਕਟੀਵੇਟ ਹੁੰਦੇ ਆ। ਇੰਡੋਕ੍ਰਾਈਨੋਲੋਜੀ ਇੰਡੋਕ੍ਰਾਈਨ ਸਿਸਟਮ ਦੀ ਸਟੱਡੀ। ਮੀਨਸ ਕਿ ਜੇ ਤੁਸੀਂ ਬਾਇਓਕੈਮਿਸਟਰੀ ਦੇ ਨਾਲ ਡੀਲ ਕਰ ਰਹੇ ਹੋ ਦੈਟ ਮੀਨਸ ਯੂ ਹੈਵ ਟੂ ਸਟੱਡੀ ਵੇਰੀਅਸ ਐਸਪੈਕਟਸ ਆਫ ਲਾਈਫ that are related to our body
or microorganisms or plants or animals, right? Next is to explore the individual characteristics or properties of living systems. Many techniques drafted from and based on the concept of physics are used. ਕਿਸੇ ਵੀ ਲਿਵਿੰਗ ਸਿਸਟਮ ਦੇ ਜਿਹੜੇ ਕਰੈਕਟਰਿਸਟਿਕਸ ਜਾਂ ਪ੍ਰੋਪਰਟੀਜ਼ ਚੈੱਕ ਕਰਨ ਲਈ ਆਪਾਂ ਕੀ ਕਰਨਾ ਗਾ, ਫਿਜ਼ਿਕਸ ਦੇ ਜਿਹੜੇ ਕਨਸੈਪਟ ਆ ਉਹ ਵੀ ਯੂਜ਼ ਹੁੰਦੇ ਆ। ਬਾਇਓਕੈਮਿਸਟਰੀ ਡਰਾਜ਼ ਸੋ ਮੈਨੀ ਡਿਫਰੈਂਟ ਏਰੀਆਜ਼ ਦੈਟ ਇਟ ਬਿਕਮ ਡਿਫੀਕਲਟ ਟੂ ਡਿਸਾਈਡ ਵੇਅਰ ਵਨ ਐਂਡਸ ਵੇਅਰ ਵਨ ਅਦਰ ਬਿਗਿਨਸ। ਕਹਿੰਦੇ ਬਾਇਓਕੈਮਿਸਟਰੀ ਦੇ ਵਿੱਚ ਕੀ ਆ, ਇੰਨੇ ਜ਼ਿਆਦਾ ਏਰੀਆਜ਼ ਇਨਵੋਲਵ ਹੋ ਜਾਂਦੇ ਆ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਇਹਨੂੰ ਕਿੱਥੋਂ ਸ਼ੁਰੂ ਕਰਨਾ ਅਤੇ ਕਿੱਥੋਂ ਖਤਮ ਕਰਨਾ, ਕਿਉਂਕਿ ਬੇਸਿਕ ਬਾਇਓਕੈਮਿਸਟਰੀ ਕੀ ਹੈ, ਜਿਹੜੀ ਮਾਰਫੋਲੋਜੀਕਲ ਸਟਰਕਚਰ ਹੈ, ਕੈਮੀਕਲ ਕੰਪੋਜੀਸ਼ਨ ਆ, ਉਹਨੂੰ ਕਿਹਦੇ ਨਾਲ ਰਿਲੇਟ ਕਰਦੀ ਆ, ਬਾਇਓਲੋਜੀਕਲ ਫੰਕਸ਼ਨਿੰਗ ਦੇ ਨਾਲ, ਰਾਈਟ। Next is one of the most fascinating development in biochemistry during the past decade is the molecular biology। ਕਹਿੰਦੇ ਪਿਛਲੇ ਮਤਲਬ ਜਿਹੜਾ ਨਿਕਲਿਆ ਹੋਇਆ ਸਮਾਂ, ਪਿਛਲੇ ਦਹਾਕਾ, ਉਹਦੇ ਵਿੱਚ ਜਿਹੜੀ ਸਭ ਤੋਂ ਫੈਸੀਨੇਟਿੰਗ ਹੁੰਦੀ ਹੈ, ਜਿਹੜੀ ਆਈ ਅਟਰੈਕਟਿੰਗ, ਮਤਲਬ ਮੋਸਟ ਅਟਰੈਕਟਿੰਗ ਜਿਹੜੀ ਡਿਵੈਲਪਮੈਂਟ ਆ ਉਹ ਕੀ ਆ, ਮਾਲੀਕੂਲਰ ਬਾਇਓਲੋਜੀ ਆ, ਜਿਹੜੀ ਕਾਹਦੇ ਬੇਸਿਸ 'ਤੇ ਫਾਰਮ ਹੋਈ ਆ, which is formed on the basis of understanding of secrets of life। ਕੀ ਆ ਜਿਹੜੀ ਅੰਡਰਸਟੈਂਡ ਕਰਦੇ secrets of life। ਹੈਰੀਡਿਟਰੀ ਡਿਸੀਜ਼ਸ which were at one time considered to incurable। ਕਹਿੰਦੇ ਜਿਹੜੀਆਂ ਹੈਰੀਡਿਟਰੀ ਡਿਸੀਜ਼ਸ ਨੇ, ਹੈਰੀਡਿਟਰੀ ਡਿਸੀਜ਼ਸ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਜਨਰੇਸ਼ਨ ਤੋਂ ਜਨਰੇਸ਼ਨ ਪਾਸ ਹੁੰਦੀਆਂ ਨੇ। ਲਾਈਕ ਅੱਜ ਦੇ ਟਾਈਮ 'ਤੇ ਪਾਸ ਹੋ ਰਿਹਾ, ਜੇ ਇੱਕ ਪਰਸਨ ਨੂੰ ਲਾਈਕ ਡਾਇਬਟੀਜ਼ ਆ, ਉਹ ਥਰਡ ਜਨਰੇਸ਼ਨ ਨੂੰ ਹੋਣਾ ਹੀ ਹੋਣਾ, ਰਾਈਟ। ਜਿਹੜਾ ਪਾਸ ਕਰਦਾ ਗਾ ਆਪਣੇ ਮਦਰ ਟੂ ਗ੍ਰੈਂਡ ਮਦਰ ਟੂ ਗ੍ਰੈਂਡ ਡਾਟਰ ਜਾਂ ਗ੍ਰੈਂਡ ਫਾਦਰ ਟੂ ਗ੍ਰੈਂਡ ਡਾਟਰ, ਥਰਡ ਜਨਰੇਸ਼ਨ ਨੂੰ ਪਾਸ ਹੁੰਦਾ, ਜਾਂ ਲਾਈਕ ਕੋਲੈਸਟਰੋਲ ਹੋ ਗਿਆ, ਜਾਂ ਇੱਦਾਂ ਦੀਆਂ ਬਹੁਤ ਸਾਰੀਆਂ ਹੈਰੀਡਿਟਰੀ ਡਿਸੀਜ਼ਸ ਨੇ ਜਿਹੜੀਆਂ ਕਦੇ ਸੋਚੀਆਂ ਜਾਂਦੀਆਂ ਸੀ ਕਿ ਕੰਟਰੋਲ ਨਹੀਂ ਹੋ ਸਕਦੀਆਂ, ਉਹ ਕੀ ਆ ਈਜ਼ਲੀ ਕੰਟਰੋਲ ਹੋ ਸਕਦੀਆਂ ਨੇ ਅਤੇ ਟ੍ਰੀਟ ਹੋ ਸਕਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ। ਇਹਦੇ ਵਿੱਚ ਹੋਰ ਕਿਹੜੀਆਂ ਟੈਕਨੀਕਸ ਯੂਜ਼ ਕੀਤੀਆਂ ਗਈਆਂ, ਰੀਕੌਮਬੀਨੈਂਟ ਡੀਐਨਏ ਟੈਕਨੋਲੋਜੀ, ਜੈਨੇਟਿਕ ਇੰਜੀਨੀਅਰਿੰਗ। ਰੀਕੌਮਬੀਨੈਂਟ ਡੀਐਨਏ ਟੈਕਨੋਲੋਜੀ ਦੇ ਵਿੱਚ ਕੀ ਆ, ਵੇਰੀਅਸ ਪ੍ਰੋਸੈਸਿਸ ਆ ਕਿ ਜਿਹੜਾ ਡੀਐਨਏ ਜਿੱਥੇ ਕੀ ਆ ਕੋਈ ਵੀ ਉਹਦਾ ਸਪੈਸੀਫਿਕ ਪਾਰਟ ਜਿਹੜਾ ਕਿ ਇਨਫੈਕਸ਼ਨ ਕਾਜ਼ ਕਰਦਾ ਜਾਂ ਡਿਸੀਜ਼ ਕਾਜ਼ ਕਰਦਾ, ਉਹਨੂੰ ਰਿਮੂਵ ਕਰਕੇ ਟ੍ਰੀਟੇਬਲ ਕਰ ਦਿੱਤਾ ਜਾਂਦਾ ਵਾ। Next is recently successful synthesis of complete genome may bring a revolutionary change। ਹੁਣ ਕੀ ਆ, ਕਹਿੰਦੇ ਨਵੇਂ ਜੀਨੋਮ ਦੀ ਸਿੰਥੇਸਿਸ ਆ, ਉਹ ਕਿ ਇੱਕ ਰੈਵੋਲਿਊਸ਼ਨਰੀ ਡਿਵੈਲਪਮੈਂਟ ਆ ਇਹਦੇ ਵਿੱਚ। ਮੀਨਸ ਪਹਿਲਾਂ ਇੱਦਾਂ ਨਹੀਂ ਸੀ ਹੁੰਦਾ, ਬਟ ਹੁਣ ਕੀ ਆ, ਹੋਲ ਦਾ ਹੋਲ ਜਿਹੜਾ ਜੀਨੋਮ ਆ ਉਹਦੀ ਸਿੰਥੇਸਿਸ ਹੋ ਜਾਂਦੀ ਆ। ਨੈਕਸਟ ਇਜ਼ ਲਾਈਕ ਮੈਨੀ ਅਦਰ ਸਪੈਸ਼ਲਿਟੀਜ਼। ਬਾਕੀ ਹੋਰ ਸਪੈਸ਼ਲਿਟੀਜ਼ ਦੀ ਤਰ੍ਹਾਂ ਕਲੀਨਿਕਲ ਪੈਥੋਲੋਜੀ ਅਤੇ ਜਿਹੜੀ ਲੈਬੋਰਟਰੀ ਮੈਡੀਸਨ ਆ, ਉਹ ਕਿ ਵਾਜ਼ ਬੋਰਨ ਆਫ ਪ੍ਰੈਕਟੀਕਲ ਨੈਸੈਸਿਟੀ ਟੂ ਡਿਵਾਈਡ ਦ ਟੋਟਲ ਆਰਟ ਐਂਡ ਸਾਇੰਸ ਆਫ ਮੈਡੀਸਨ ਇਨਟੂ ਅ ਮੈਨੇਜੇਬਲ ਫੀਲਡਸ ਫॉर ਪ੍ਰੈਕਟਿਸ ਐਂਡ ਸਟੱਡੀ। ਕਹਿੰਦੇ ਕੀ ਹੈ, ਜਿਹੜੀਆਂ ਹੋਰ ਸਪੈਸ਼ਲਿਟੀਜ਼ ਨੇ ਜਿਵੇਂ ਕਲੀਨਿਕਲ ਪੈਥੋਲੋਜੀ ਹੋ ਗਈ ਜਾਂ ਲੈਬੋਰਟਰੀਕਲ ਮੈਡੀਸਨ ਹੋ ਗਈ, ਇਹ ਕਿਉਂ ਬਣਾਈਆਂ ਗਈਆਂ ਨੇ, ਜਿਹੜੀਆਂ ਮੈਨੇਜੇਬਲ ਫੀਲਡ, ਮਤਲਬ ਇਹਨੂੰ ਜਿਹੜੀ ਮੈਡੀਸਨ ਆ ਉਹਨੂੰ ਇੱਕ ਇੱਦਾਂ ਦਾ ਫੀਲਡ ਬਣਾ ਦਿੱਤਾ ਜਾਵੇ ਕਿ ਲੋਕ ਇਹਨੂੰ ਯੂਜ਼ ਕਰਨ ਅਤੇ ਸਟੱਡੀ ਕਰਨ। It is now regarded as one of the several important sources of clinical data essential to diagnosis। ਇਹ ਕੀ ਆ, ਸਭ ਤੋਂ ਵਧੀਆ ਸੋਰਸ ਆ ਕਲੀਨਿਕਲ ਡਾਟਾ ਦਾ, ਜਿਹੜਾ ਕਾਹਦੇ ਲਈ ਯੂਜ਼ ਕੀਤਾ ਜਾਂਦਾ, ਡਾਇਗਨੋਸਿਸ ਲਈ, ਪ੍ਰਗਨੋਸਿਸ ਲਈ ਅਤੇ ਟ੍ਰੀਟਮੈਂਟ ਲਈ, ਡਿਸੀਜ਼ਿਸ ਦੇ ਲਈ। It is defined as the application of laboratory technique। एक technique application laboratory techniques ਦੀ to the study of various fluid excretions and secretion from the patient for purpose of medical diagnosis। ਇਹਦੇ ਵਿੱਚ ਕੀ ਆ, ਇੱਕ ਫੀਲਡ ਇਨਕਲੂਡ ਕੀਤੀ ਜਾਂਦੀ ਹੈ ਕਲੀਨਿਕਲ ਪੈਥੋਲੋਜੀ, ਜਿਹੜੀ ਕਿਉਂ ਹੁੰਦੀ ਆ, ਇਹਦੇ ਵਿੱਚ ਕੀ ਆ, ਵੇਰੀਅਸ ਫਲੂਇਡ ਐਕਸਕ੍ਰੀਸ਼ਨ ਅਤੇ ਸਿਕ੍ਰੀਸ਼ਨ ਆ ਜਿਹੜੀਆਂ ਬੋਡੀ ਦੀਆਂ ਇਨਕਲੂਡ ਕੀਤੀਆਂ ਜਾਂਦੀਆਂ ਨੇ ਮੈਡੀਕਲ ਡਾਇਗਨੋਸਿਸ ਨੂੰ। ਹੈ ਕੀ ਆ, ਮਤਲਬ ਆਪਾਂ ਹੁਣ ਲਾਸਟ 'ਤੇ ਇਹਦੀ ਰਿਵੀਜ਼ਨ ਕਰਦੇ ਹਾਂ, ਕਿਹਨੇ ਇਹਨੂੰ ਡਾਇਗਨੋਸ ਕੀਤਾ ਸੀਗਾ, ਕਿਹਨੇ ਟਰਮ ਜਿਹੜੀ ਆ ਬਾਇਓਕੈਮਿਸਟਰੀ ਕੁਆਇਨ ਕੀਤੀ ਸੀ, ਕਾਰਲ ਨਿਊਬਰਗ ਨੇ। ਇਹ ਕਿ ਇੱਕ ਸਭ ਤੋਂ ਜਿਹੜੀ ਵਾਸਟ ਜਾਂ ਕਹਿ ਸਕਦੇ ਹਾਂ ਮੋਸਟ ਇਨਕਲੂਡਿਡ ਹੈ ਜਿਹੜੀ ਫੋਰਮ ਆ ਕੈਮਿਸਟਰੀ ਦੀ ਜਿਹੜੀ ਯੂਜ਼ ਕੀਤੀ ਜਾਂਦੀ ਹੈ। ਇਹਦੇ ਦੇ ਵਿੱਚ ਕੀ ਆ, ਜਿਹੜੀ ਬਾਡੀ ਦੇ ਵਿੱਚ ਜਿਹੜਾ ਨੇਚਰ ਪ੍ਰੋਪਰਟੀਜ਼ ਅਤੇ ਮੈਟਾਬੋਲਿਕ ਟ੍ਰਾਂਸਫੋਰਮੇਸ਼ਨਸ ਦੀ ਕੈਮੀਕਲ ਕੰਪਾਊਂਡਸ ਨੇ, ਉਹ ਕਿਹਦੇ ਨਾਲ ਕੋਰੀਲੇਟ ਕੀਤੀਆਂ ਜਾਂਦੀਆਂ ਨੇ, ਮਾਰਫੋਲੋਜੀਕਲ ਸਟਰਕਚਰ ਅਤੇ ਬਾਇਓਲੋਜੀਕਲ ਫੰਕਸ਼ਨ ਦੇ ਨਾਲ। ਜਿਹੜਾ ਬੇਸਿਸ ਆ ਲਾਈਫ ਦਾ ਪ੍ਰੋਟੋਪਲਾਜ਼ਮ ਆ, ਉਹ ਤੋਂ ਬਿਨਾਂ ਇਹਦੇ 'ਚ ਵਾਟਰ ਹੈ ਜਿਹੜਾ ਬਾਡੀ ਦਾ ਮੇਨ ਕੰਪੋਨੈਂਟ ਆ, ਉਹ ਤੋਂ ਬਿਨਾਂ ਜੇ ਅਬਨੋਰਮਲ ਫੰਕਸ਼ਨ ਆ ਉਹ ਹੈਪਨ ਹੋਊਗੀ। ਨੈਕਸਟ ਇਜ਼ ਆਪਾਂ ਨੂੰ ਇਹਦੇ ਵਿੱਚ ਕੀ ਆ, ਬਹੁਤ ਸਾਰੀਆਂ ਬਾਕੀ ਫੀਲਡਸ ਜਿਵੇਂ ਹੋ ਗਿਆ ਜ਼ੂਲੌਜੀ, ਬੋਟਨੀ ਹੋ ਗਈ, ਫਿਜ਼ੀਓਲੋਜੀ, ਉਹਨਾਂ ਨੂੰ ਸਾਰਿਆਂ ਨੂੰ ਇਨਕਲੂਡ ਕੀਤਾ ਜਾਊਗਾ, ਰਾਈਟ।